ਇੱਕ ਵਾਰ ਫਿਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ ਔਰ ਅਮੀਰ ਟੀਵੀ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ ਇੱਕ ਵਾਰ ਫਿਰ ਔਰ ਅਸੀਂ ਆਪ ਸਭ ਨੂੰ ਜੀ ਆਇਆਂ ਆਖਦੇ ਹਾਂ ਔਰ ਪ੍ਰਭੂ ਦੀ ਵਡਿਆਈ ਕਰਦੇ ਹੋਏ ਆਪ ਨੂੰ ਜੈ ਮਸੀਹ ਦੀ ਹਾਲੇਲੂਇਆ ਪ੍ਰੇਜ਼ ਦ ਲਾਰਡ ਆਮੀਨ ਆਖਦੇ ਹਾਂ। ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਔਰ the year 2020 ਅੱਜ ਅਸੀਂ 2020 ਸਾਲ ਦੀ ਗੱਲ ਕਰਾਂਗੇ and we had already passed about the half of the years ਅਸੀਂ ਤਕਰੀਬਨ ਅੱਧੇ ਸਾਲ ਦੇ ਇਸ ਸਾਲ ਦੇ ਵਿੱਚੋਂ ਦੀ ਗੁਜ਼ਰ ਚੁੱਕੇ ਹਾਂ ਔਰ 7 ਮਹੀਨੇ ਬਾਕੀ ਰਹਿ ਗਏ ਨੇ। Do you have anticipate for the rest of the years? ਕੀ ਤੁਸੀਂ ਇਸ rest of the year ਦੇ ਵਿੱਚ ਕੁਝ anticipate ਕਰਨਾ ਚਾਹੁੰਦੇ ਹੋ? Are you full of enthusiastic? Are you full of enthusiasm? ਕੀ ਤੁਸੀਂ ਪੂਰੀ ਲਗਨ ਔਰ ਸ਼ਕਤੀ ਦੇ ਵਿੱਚ ਭਰਪੂਰੀ ਵਿੱਚ ਹੋ? So eagerly looking forward to what each day will bring. तो ਅਸੀਂ ਜਿਹੜੀ ਆ ਅਸੀਂ ਇਹਦੇ ਵਿੱਚ ਹਰ ਰੋਜ਼ ਸੋਚਦੇ ਕਿ ਇੱਕ ਦਿਨ ਜਿਹੜਾ ਸਾਡੇ ਲਈ ਆਉਂਦਾ ਉਹ ਕੀ ਸਾਡੇ ਲਈ ਲੈ ਕੇ ਆਏਗਾ। So today's our scripture reading is the book of Philippians chapter 3 verse 12 to 14. And you can just read it and you can just meditate upon it. ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਔਰ ਦੇਖ ਸਕਦੇ ਹੋ। Are you filled with dread, worried, and 2019 will be worse for you than 2020? Your attitude, your frame of mind, and your reaction to events will largely determine whether 2020 is the year of victory or the year of defeat. और ਜਦੋਂ ਅਸੀਂ year 2019 ਦੀ ਗੱਲ ਕੀ ਕਰਦੇ ਆ ਤਾਂ ਹੋ ਸਕਦਾ ਸਾਡੇ ਲਈ ਕਿਸੇ ਲਈ ਵਰਸ ਹੋਇਆ ਹੋਵੇ ਪਰ ਅਸੀਂ ਇੱਥੇ ਦੇਖੀਏ ਕਿ ਕੀ ਜਿਹੜਾ year 2020 ਹੈ 2020 ਜਿਹੜਾ ਹੈ ਉਹਦੇ ਵਿੱਚ ਸਾਡੀ ਜਿਹੜੀ ਹੈ ਕੀ ਭੂਮਿਕਾ ਹੈ ਐਂਡ ਕੀ ਲਾਰਜਲੀ ਡਿਟਰਮਨ whether it is the year of victory or the year of defeat. ਕੀ ਇਹ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਾਡੇ ਲਕਸ਼ਾਂ ਤੇ ਜਿੱਤ ਪ੍ਰਾਪਤ ਕਰਾਂਗੇ ਜਾਂ ਅਸੀਂ ਜਾਂ ਨਾਕਾਮਯਾਬ ਰਹਾਂਗੇ। Apostle Paul was never to let circumstances conquer him. ਕਿਉਂਕਿ ਕਦੀ ਪੌਲੁਸ ਰਸੂਲ ਦੱਸਦਾ ਹੈ ਕਿ ਜਿਹੜੇ ਸਰਕਮਸਟੈਂਸਸ ਆ ਕਦੀ ਸਾਨੂੰ ਜਿੱਤਣ ਨਹੀਂ ਦਿੰਦੇ, ਗਲਬਾ ਨਹੀਂ ਪਾਉਣ ਦਿੰਦੇ। As we are in the crisis, the coronavirus is very badly spread in the whole world almost, and the people are in trouble, and economically, physically, spiritually we are not happy. We all are, our life's downfall is going day by day. ਅਸੀਂ ਜਦੋਂ ਕੋਰੋਨਾ ਵਾਇਰਸ ਦੇ ਬਾਰੇ ਚ ਦੇਖਦੇ ਹਾਂ ਜੋ ਸਾਰੀ ਦੁਨੀਆ 'ਚ ਆਲਮੋਸਟ ਫੈਲ ਚੁੱਕਾ ਹੈ। ਦੁਨੀਆ ਇਸ ਸਮੇਂ ਬੜੀ ਪਰੇਸ਼ਾਨੀ ਵਿੱਚ ਹੈ ਔਰ ਦਿਮਾਗੀ ਤੌਰ ਨਾਲ, ਜਿਸਮਾਨੀ ਤੌਰ ਨਾਲ, ਆਰਥਿਕ ਤੌਰ ਨਾਲ, ਰੂਹਾਨੀ ਤੌਰ ਨਾਲ ਅਸੀਂ ਬਹੁਤ ਸਾਰੇ ਪਰੇਸ਼ਾਨੀ ਦੇ ਵਿੱਚ ਹਾਂ। To win the victor, we can just see here, let circumstances conquer him. Rather, with God's help, he was determined to win the victor's crown.
ਸੋ ਮੇਬੀ ਵਾਟ ਐਵਰ ਆਵਰ ਸਰਕਮਸਟੈਂਸਸ ਆਰ देयर, ਸਾਡੇ ਜਿਹੜੇ ਹਾਲਾਤ ਆ ਕਿੱਦਾਂ ਦੇ ਵੀ ਕਿਉਂ ਨਹੀਂ ਹੈਗੇ, ਲੇਕਿਨ ਪੌਲੁਸ ਰਸੂਲ ਦੀ ਤਰ੍ਹਾਂ ਸਾਡਾ ਇੱਕ ਨਜ਼ਰੀਆ ਹੋਣਾ ਚਾਹੀਦਾ, ਇੱਕ ਗੋਲ ਹੋਣਾ ਚਾਹੀਦਾ ਆ। ਸਾਡਾ ਗੋਲ ਜਿਹੜਾ ਆ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਆ, ਔਰ ਹਮੇਸ਼ਾ ਦੀ ਜ਼ਿੰਦਗੀ ਦਾ ਕਰੌਨ ਤਾਜ ਲੈਣ ਦਾ ਹੈ। ਔਰ that was the goal of Apostle Paul, and Apostle Paul wanted to have the crown of the eternal life. Or we can just see here and determination shine through in these words found in Philippians chapter 3 verse 11 to 14. First I will read in Punjabi. ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਾਵਾਂ। ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਅਥਵਾ ਮੈਂ ਅਜੇ ਸਿੱਧ ਹੋ ਗਿਆ, ਪਰ ਮੈਂ ਪਿੱਛੇ ਲੱਗਿਆ ਜਾਂਦਾ। ਭਈ ਮੈਂ ਕਿਵੇਂ ਇਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਸੂ ਨੇ ਮੈਨੂੰ ਵੀ ਹੱਥ ਪਾਇਆ ਸੀ। ਵਰਸ 13, ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਹੱਥ ਪਾ ਲਿਆ, ਪਰ ਇੰਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਂਹ ਵੱਧ ਕੇ ਸਿਕਾ ਨਿਸ਼ਾਨੇ ਵੱਲ ਦੱਬੀ ਜਾਨਾ ਹਾਂ, ਔਰ ਭਾਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯਸੂ ਵਿੱਚ ਹੈ। ਉਹ ਕਹਿੰਦਾ ਗੋਡ ਹੈਜ਼ ਕਾਲਡ ਮੀ, ਮੈਨੂੰ ਜਿਹੜਾ ਆ ਉਹ ਖੁਦਾ ਨੇ ਬੁਲਾਇਆ ਹੈ, ਔਰ ਮੇਰਾ ਇੱਕੋ ਹੀ ਨਿਸ਼ਾਨਾ ਹੈ, ਮੇਰਾ ਇੱਕੋ ਹੀ ਗੋਲ ਹੈ। ਮੈਂ ਉਸ ਗੋਲ ਦੇ ਵੱਲ ਦੱਬੀ ਜਾਨਾ ਆ, ਤੁਰਿਆ ਜਾਨਾ ਆ, ਵਧੀ ਜਾਨਾ ਆ, ਕਿਉਂਕਿ ਉਹ ਗੋਲ ਜਿਹੜਾ ਆ ਉਹ ਮੈਨੂੰ ਉੱਪਰ ਵਾਲੇ ਸੱਦੇ ਤੋਂ ਆਇਆ, ਮੈਨੂੰ ਪਰਮੇਸ਼ਵਰ ਤੋਂ ਆਇਆ, ਸਵਰਗ ਤੋਂ ਆਇਆ ਆ, ਖੁਦਾ ਤੋਂ ਆਇਆ ਹੈ, ਔਰ ਉਸ ਨਿਸ਼ਾਨੇ ਦੇ ਵੱਲ ਮੈਨੂੰ ਵਧਣਾ ਹੈ। Now in English I want to read, it say pressing onward the goal, pressing onward, ਕਹਿੰਦਾ ਉਸ ਨਿਸ਼ਾਨੇ ਦੇ ਵੱਲ ਵਧੀ ਜਾ, and so somehow to attain the resurrection from the dead. Not that I have already obtained all this or have already been made perfect, but I press on to take hold of that for which Christ Jesus took hold on me. Verse 13, brothers, I do not consider myself yet to have taken hold of it, but one thing I do, forgetting what is behind and staring towards what is ahead. Verse 14, I press on towards the goal to win the prize for which God has called me, heaven's awards in Christ Jesus. तो जिस तरह कि मैं पहला भी पढ़िया है कि भाई मैं किवें ना किवें मुर्दियां विचों जी उठन दी पदवी तीक अपड़ पावां। जानी कि ਉਹ ਗੱਲ ਜਿਹੜੀ ਆ ਇਹ ਜ਼ਿੰਦਗੀ ਦੇ ਵਿੱਚ ਜਦੋਂ ਇਨਸਾਨ ਮਰ ਜਾਂਦਾ ਹੈ, ਮਰਨ ਤੋਂ ਬਾਅਦ ਜਿਹੜਾ ਆ ਉਹ ਇਹ ਗੱਲ ਕਰ ਰਿਹਾ ਹੈ ਕਿ ਮੈਂ ਚਾਹੁੰਦਾ ਕਿ ਮੈਂ ਮਰ ਵੀ ਜਾਵਾਂ, ਫਿਰ ਵੀ ਮੈਂ ਜੀ ਉੱਠਣ ਦੇ ਵਿੱਚ ਉਹ ਮੁਰਦਿਆਂ ਦੀ ਕਿਆਮਤ ਦੇ ਵਿੱਚ ਮੇਰਾ ਵੀ ਹਿੱਸਾ ਹੋ ਸਕੇ। ਔਰ ਕਹਿੰਦਾ ਕਿ ਮੈਂ ਉਸ ਪਦਵੀ ਨੂੰ ਪਾਵਾਂ, ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ। ਜਾਣੀ ਕਿ ਜਦੋਂ ਯਸੂ ਦੇ ਵੱਲ ਹੋ ਪਿਆ ਕਿ ਇੰਨਾ ਹੀ ਨਹੀਂ ਕਿ ਯਸੂ ਮੈਨੂੰ ਲੱਭ ਪਿਆ ਅਥਵਾ ਮੈਂ ਸਿੱਧ ਹੋ ਗਿਆ, ਮੈਂ ਪਰਫੈਕਟ ਬਣ ਗਿਆ ਆ। ਉਹ ਕਹਿੰਦਾ ਇਹ ਨਹੀਂ ਕਹਿੰਦਾ, ਪਰ ਮੈਂ ਪਿੱਛੇ ਲੱਗਿਆ ਜਾਂਦਾ, ਮੈਂ ਇਹ ਪਰਫੈਕਟ ਨਹੀਂ ਬਣਿਆ, ਮੈਂ ਪਰ ਯਸੂ ਦੇ ਪਿੱਛੇ ਲੱਗ ਚੁੱਕਾ। ਭਾਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਸੂ ਨੇ ਮੈਨੂੰ ਵੀ ਹੱਥ ਪਾਇਆ ਸੀ। ਔਰ ਯਸੂ ਮਸੀਹ ਨੇ ਉਹ ਜਾਣਦਾ ਕਿ ਕਾਹਦੇ ਗੱਲ ਲਈ ਹੱਥ ਪਾਇਆ, ਉਸ ਨੂੰ ਅੱਛਾ ਬਣਾਉਣ ਦੇ ਲਈ, ਆਪਣੇ ਵੱਲ ਮੋੜਨ ਦੇ ਲਈ, ਔਰ ਸਿੱਧ ਰਸਤੇ ਤੇ ਚੱਲਣ ਦੇ ਲਈ, ਔਰ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ, ਔਰ ਹਮੇਸ਼ਾ ਦੀ ਜ਼ਿੰਦਗੀ ਦਾ ਪ੍ਰਚਾਰ ਕਰਨ ਲਈ, ਤਾਂ ਕਿ ਉਹ ਸਿੱਧ ਹੋਏ ਔਰ ਦੂਸਰੇ ਲੋਕ ਵੀ ਪ੍ਰਭੂ ਯਿਸੂ ਮਸੀਹ ਦੇ ਕਲਾਮ ਨੂੰ ਸੁਣ ਕੇ ਉਸ ਦੇ ਦੁਆਰਾ ਸਿੱਧ ਹੋ ਸਕਣ। ਔਰ ਅਸੀਂ ਇੱਥੇ ਇੱਕ ਵਾਰ ਫਿਰ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ, ਔਰ ਅਮੀਰ ਟੀਵੀ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ ਇੱਕ ਵਾਰ ਫਿਰ। ਔਰ ਅਸੀਂ ਆਪ ਸਭ ਨੂੰ ਜੀ ਆਇਆਂ ਆਖਦੇ ਹਾਂ।
ਔਰ ਪ੍ਰਭੂ ਦੀ ਵਡਿਆਈ ਕਰਦੇ ਹੋਏ ਆਪ ਨੂੰ ਜੈ ਮਸੀਹ ਦੀ ਹਾਲੇਲੂਇਆ ਪ੍ਰੇਜ਼ ਦ ਲਾਰਡ ਆਮੀਨ ਆਖਦੇ ਹਾਂ। ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਔਰ ਦਾ year 2020 ਅੱਜ ਅਸੀਂ 2020 ਸਾਲ ਦੀ ਗੱਲ ਕਰਾਂਗੇ and we had already passed about the half of the years ਅਸੀਂ ਤਕਰੀਬਨ ਅੱਧੇ ਸਾਲ ਦੇ ਇਸ ਸਾਲ ਦੇ ਵਿੱਚੋਂ ਦੀ ਗੁਜ਼ਰ ਚੁੱਕੇ ਹਾਂ ਔਰ 7 ਮਹੀਨੇ ਬਾਕੀ ਰਹਿ ਗਏ ਨੇ। do you have anticipate for the rest of the years? ਕੀ ਤੁਸੀਂ ਇਸ rest of the year ਦੇ ਵਿੱਚ ਕੁਝ ਐਂਟੀਸਪੇਟ ਕਰਨਾ ਚਾਹੁੰਦੇ ਹੋ? Are you full of enthusiastic? Are you full of enthusiasm? ਕੀ ਤੁਸੀਂ ਪੂਰੀ ਲਗਨ ਔਰ ਸ਼ਕਤੀ ਦੇ ਵਿੱਚ ਭਰਪੂਰੀ ਵਿੱਚ ਹੋ? So eagerly looking forward to what each day will bring. तो ਅਸੀਂ ਜਿਹੜੀ ਆ ਅਸੀਂ ਇਹਦੇ ਵਿੱਚ ਹਰ ਰੋਜ਼ ਸੋਚਦੇ ਕਿ ਇੱਕ ਦਿਨ ਜਿਹੜਾ ਸਾਡੇ ਲਈ ਆਉਂਦਾ ਉਹ ਕੀ ਸਾਡੇ ਲਈ ਲੈ ਕੇ ਆਏਗਾ। The today's our scripture reading is the book of Philippians chapter 3 verse 12 to 14. And you can just read it and you can just meditate upon it. ਤੁਸੀਂ ਇਸ ਨੂੰ ਪੜ੍ਹ ਸਕਦੇ ਹੋ ਔਰ ਦੇਖ ਸਕਦੇ ਹੋ। Are you filled with dread, worried, and 2019 will be worse for you than 2020? Your attitude, your frame of mind, and your reaction to events will largely determine whether 2020 is the year of victory or the year of defeat. और ਜਦੋਂ ਅਸੀਂ year 2019 ਦੀ ਗੱਲ ਕੀ ਕਰਦੇ ਆ ਤਾਂ ਹੋ ਸਕਦਾ ਸਾਡੇ ਲਈ ਕਿਸੇ ਲਈ ਵਰਸ ਹੋਇਆ ਹੋਵੇ, ਪਰ ਅਸੀਂ ਇੱਥੇ ਦੇਖੀਏ ਕਿ ਕੀ ਜਿਹੜਾ year 2020 ਹੈ 2020 ਜਿਹੜਾ ਹੈ ਉਹਦੇ ਵਿੱਚ ਸਾਡੀ ਜਿਹੜੀ ਹੈ ਕੀ ਭੂਮਿਕਾ ਹੈ and ਕੀ largely determine whether it is the year of victory or the year of defeat. ਕੀ ਇਹ ਸਾਲ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਾਡੇ ਲਕਸ਼ਾਂ ਤੇ ਜਿੱਤ ਪ੍ਰਾਪਤ ਕਰਾਂਗੇ ਜਾਂ ਅਸੀਂ ਜਾਂ ਨਾਕਾਮਯਾਬ ਰਹਾਂਗੇ। Apostle Paul was never to let circumstances conquer him. ਕਿਉਂਕਿ ਕਦੀ ਪੌਲੁਸ ਰਸੂਲ ਦੱਸਦਾ ਹੈ ਕਿ ਜਿਹੜੇ ਸਰਕਮਸਟੈਂਸਸ ਆ ਕਦੀ ਸਾਨੂੰ ਜਿੱਤਣ ਨਹੀਂ ਦਿੰਦੇ, ਗਲਬਾ ਨਹੀਂ ਪਾਉਣ ਦਿੰਦੇ। As we are in the crisis, the coronavirus is very badly spread in the whole world almost, and the people are in trouble, and economically, physically, spiritually we are not happy. We all are, our life's downfall is going day by day. ਅਸੀਂ ਜਦੋਂ ਕਰੋਨਾ ਵਾਇਰਸ ਦੇ ਬਾਰੇ 'ਚ ਦੇਖਦੇ हैं जो सारी दुनिया च आलमोस्ट फैल चुका है। दुनिया इस समय बड़ी परेशानी विच है और दिमागी तौर नाल, जिसमानी तौर नाल, आर्थिक तौर नाल, रूहानी तौर नाल असी बहुत सारे परेशानी दे विच हैं। तो when the victor, we can just see here, let circumstances conquer him. Rather, with God's help, he was determined to win the victor's crown. So maybe whatever our circumstances are there, ਸਾਡੇ ਜਿਹੜੇ ਹਾਲਾਤ ਆ ਕਿੱਦਾਂ ਦੇ ਵੀ ਕਿਉਂ ਨਹੀਂ ਹੈਗੇ, ਲੇਕਿਨ ਪੌਲੁਸ ਰਸੂਲ ਦੀ ਤਰ੍ਹਾਂ ਸਾਡਾ ਇੱਕ ਨਜ਼ਰੀਆ ਹੋਣਾ ਚਾਹੀਦਾ, ਇੱਕ ਗੋਲ ਹੋਣਾ ਚਾਹੀਦਾ ਆ। ਸਾਡਾ ਗੋਲ ਜਿਹੜਾ ਆ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਆ ਔਰ ਹਮੇਸ਼ਾ ਦੀ ਜ਼ਿੰਦਗੀ ਦਾ ਕਰੌਨ ਤਾਜ ਲੈਣ ਦਾ ਹੈ।
Oh, that was the goal of Apostle Paul. And Apostle Paul wanted to have the crown of the eternal life. Or we can just see here and determination shine through in these words found in Philippians chapter 3 verse 11 to 14. First I will read in Punjabi. ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੀਕ ਅੱਪੜ ਪਾਵਾਂ। ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ ਅਥਵਾ ਮੈਂ ਅਜੇ ਸਿੱਧ ਹੋ ਗਿਆ, ਪਰ ਮੈਂ ਪਿੱਛੇ ਲੱਗਿਆ ਜਾਂਦਾ। ਭਈ ਮੈਂ ਕਿਵੇਂ ਇਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਸੂ ਨੇ ਮੈਨੂੰ ਵੀ ਹੱਥ ਪਾਇਆ ਸੀ। ਵਰਸ 13 ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਹੱਥ ਪਾ ਲਿਆ, ਪਰ ਇੰਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਂਹ ਵੱਧ ਕੇ ਸਿਕਾ ਨਿਸ਼ਾਨੇ ਵੱਲ ਦੱਬੀ ਜਾਨਾ ਹਾਂ। ਔਰ ਭਾਈ ਉਸ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯਸੂ ਵਿੱਚ ਹੈ। ਉਹ ਕਹਿੰਦਾ ਗੋਡ ਹੈਜ਼ ਕਾਲਡ ਮੀ, ਮੈਨੂੰ ਜਿਹੜਾ ਆ ਉਹ ਖੁਦਾ ਨੇ ਬੁਲਾਇਆ ਹੈ ਔਰ ਮੇਰਾ ਇੱਕੋ ਹੀ ਨਿਸ਼ਾਨਾ ਹੈ, ਮੇਰਾ ਇੱਕੋ ਹੀ ਗੋਲ ਹੈ। ਮੈਂ ਉਸ ਗੋਲ ਦੇ ਵੱਲ ਦੱਬੀ ਜਾਂਦਾ ਆ, ਤੁਰਿਆ ਜਾਂਦਾ ਆ, ਵਧੀ ਜਾਂਦਾ ਆ, ਕਿਉਂਕਿ ਉਹ ਗੋਲ ਜਿਹੜਾ ਆ ਉਹ ਮੈਨੂੰ ਉੱਪਰ ਵਾਲੇ ਸੱਦੇ ਤੋਂ ਆਇਆ, ਮੈਨੂੰ ਪਰਮੇਸ਼ਵਰ ਤੋਂ ਆਇਆ, ਸਵਰਗ ਤੋਂ ਆਇਆ ਆ, ਖੁਦਾ ਤੋਂ ਆਇਆ ਹੈ ਔਰ ਉਸ ਨਿਸ਼ਾਨੇ ਦੇ ਵੱਲ ਮੈਨੂੰ ਵਧਣਾ ਹੈ। Now in English I want to read it say pressing onward the goal, pressing onward ਕਹਿੰਦਾ ਉਸ ਨਿਸ਼ਾਨੇ ਦੇ ਵੱਲ ਵਧੀ ਜਾ। And so somehow to attain the resurrection from the dead, not that I have already obtained all this or have already been made perfect, but I press on to take hold of that for which Christ Jesus took hold on me. Verse 13, brothers, I do not consider myself yet to have taken hold of it, but one thing I do, forgetting what is behind and staring towards what is ahead. Verse 14, I press on towards the goal to win the prize for which God has called me, heaven's awards in Christ Jesus. तो जिस तरह कि मैं पहला भी पढ़िया है कि भाई मैं किवें ना किवें मुर्दियां विचों जी उठन दी पदवी तीक अपड़ पावां। जानी कि ਉਹ ਗੱਲ ਜਿਹੜੀ ਆ ਇਹ ਜ਼ਿੰਦਗੀ ਦੇ ਵਿੱਚ ਜਦੋਂ ਇਨਸਾਨ ਮਰ ਜਾਂਦਾ ਹੈ, ਮਰਨ ਤੋਂ ਬਾਅਦ ਜਿਹੜਾ ਆ ਉਹ ਇਹ ਗੱਲ ਕਰ ਰਿਹਾ ਹੈ ਕਿ ਮੈਂ ਚਾਹੁੰਦਾ ਕਿ ਮੈਂ ਮਰ ਵੀ ਜਾਵਾਂ ਫਿਰ ਵੀ ਮੈਂ ਜੀ ਉੱਠਣ ਦੇ ਵਿੱਚ ਉਹ ਮੁਰਦਿਆਂ ਦੀ ਕਿਆਮਤ ਦੇ ਵਿੱਚ ਮੇਰਾ ਵੀ ਹਿੱਸਾ ਹੋ ਸਕੇ। ਔਰ ਕਹਿੰਦਾ ਕਿ ਮੈਂ ਉਸ ਪਦਵੀ ਨੂੰ ਪਾਵਾਂ। ਇਹ ਨਹੀਂ ਜੋ ਮੈਨੂੰ ਅਜੇ ਲੱਭ ਪਿਆ, ਜਾਣੀ ਕਿ ਜਦੋਂ ਯਸੂ ਦੇ ਵੱਲ ਹੋ ਪਿਆ ਕਿ ਇੰਨਾ ਹੀ ਨਹੀਂ ਕਿ ਯਸੂ ਮੈਨੂੰ ਲੱਭ ਪਿਆ ਅਥਵਾ ਮੈਂ ਸਿੱਧ ਹੋ ਗਿਆ, ਮੈਂ ਪਰਫੈਕਟ ਬਣ ਗਿਆ ਆ। ਉਹ ਕਹਿੰਦਾ ਇਹ ਨਹੀਂ ਕਹਿੰਦਾ, ਪਰ ਮੈਂ ਪਿੱਛੇ ਲੱਗਿਆ ਜਾਂਦਾ। ਮੈਂ ਇਹ ਪਰਫੈਕਟ ਨਹੀਂ ਬਣਿਆ, ਮੈਂ ਪਰ ਯਸੂ ਦੇ ਪਿੱਛੇ ਲੱਗ ਚੁੱਕਾ। ਭਾਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ ਜਿਹਦੇ ਲਈ ਮਸੀਹ ਯਸੂ ਨੇ ਮੈਨੂੰ ਵੀ ਹੱਥ ਪਾਇਆ ਸੀ। ਔਰ ਯਸੂ ਮਸੀਹ ਨੇ ਉਹ ਜਾਣਦਾ ਕਿ ਕਾਹਦੇ ਗੱਲ ਲਈ ਹੱਥ ਪਾਇਆ, ਉਸ ਨੂੰ ਅੱਛਾ ਬਣਾਉਣ ਦੇ ਲਈ, ਆਪਣੇ ਵੱਲ ਮੋੜਨ ਦੇ ਲਈ ਔਰ ਸਿੱਧ ਰਸਤੇ ਤੇ ਚੱਲਣ ਦੇ ਲਈ ਔਰ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਔਰ ਹਮੇਸ਼ਾ ਦੀ ਜ਼ਿੰਦਗੀ ਦਾ ਪ੍ਰਚਾਰ ਕਰਨ ਲਈ, ਤਾਂ ਕਿ ਉਹ ਸਿੱਧ ਹੋਏ ਔਰ ਦੂਸਰੇ ਲੋਕ ਵੀ ਪ੍ਰਭੂ ਯਿਸੂ ਮਸੀਹ ਦੇ ਕਲਾਮ ਨੂੰ ਸੁਣ ਕੇ ਉਸ ਦੇ ਦੁਆਰਾ ਸਿੱਧ ਹੋ ਸਕਣ। ਔਰ ਅਸੀਂ ਇੱਥੇ ਦੇਖਦੇ ਹਾਂ ਉਹ ਕਹਿੰਦਾ ਮੈਂ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਂਹ ਵੱਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ। ਕਹਿੰਦਾ ਮੈਂ ਆਪਣੇ ਨਿਸ਼ਾਨੇ ਵੱਲ ਦੌੜੀ ਜਾਂਦਾ ਆ। ਉਸ ਵੱਲ ਮੇਰਾ ਜਿਹੜਾ ਉਹ ਪੂਰਾ ਜਿਹੜਾ ਖਿਆਲ ਹੈ, ਮੇਰੀ पूरी तवज्जो है, मेरी कॉन्सिक्रेशन है, मेरी डेडिकेशन है। और भाई उस उपरले सदे का इनाम लवां जो ऊपर का इनाम है, जो स्वर्ग का इनाम है, जो परमेश्वर की वालों यस्सु मसीह दे विच मिलने वाला है। असी उस निशाने दे लई दबे जाइए, तुरे जाइए।
and what Paul wants fresh in our mind. ਪੌਲੁਸ ਰਸੂਲ ਦੇ ਇਹ ਸ਼ਬਦ ਸਾਡੇ ਮਨਾਂ ਨੂੰ ਕਿਵੇਂ ਤਰੋ ਤਾਜ਼ਾ ਕਰਦੇ ਹਨ. Here are some suggestions to help us be our best in 2020. ਤੋ ਅੱਜ ਅਸੀਂ ਕੁਝ ਸੁਜੈਸ਼ਨਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜੋ ਅਸੀਂ 2020 ਦੇ ਵਿੱਚ ਯਾਨੀ 20 at time we may dwell upon the negative and begins feeling sorry for ourselves. ਤੋ ਕਦੀ ਕਦੀ ਸਮੇਂ ਇੱਦਾਂ ਦਾ ਆ ਜਾਂਦਾ ਹੈ ਕਿ ਅਸੀਂ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਔਰ ਉਹ ਫੀਲਿੰਗ ਸਾਡੀ ਜ਼ਿੰਦਗੀਆਂ ਦੇ ਵਿੱਚ ਆ ਜਾਂਦੀਆਂ ਨੇ. ਮੇਬੀ ਦਿਸ ਪਾਸਟ ਈਅਰ ਵਾਜ਼ ਅ ਟਾਈਮ ਆਫ ਗ੍ਰੇਟ ਟ੍ਰਾਂਜੀਸ਼ਨ ਇਨ ਯੂਰ ਲਾਈਫ. ਹੋ ਸਕਦਾ ਕਿ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਚੋਂ ਬਾਹਰ ਗਈਆਂ ਹੋਣ. Perhaps your children grow up, married and left home. ਹੋ ਸਕਦਾ ਆ ਕਿ ਪਿਛਲੇ ਸਾਲ ਤੁਹਾਡੇ ਬੱਚੇ ਜਿਹੜੇ ਆ ਜਵਾਨ ਹੋ ਗਏ, ਉਹਨਾਂ ਦੀਆਂ ਸ਼ਾਦੀਆਂ ਹੋ ਗਈਆਂ ਔਰ ਉਹ ਘਰ ਵੀ ਛੱਡ ਕੇ ਚਲੇ ਗਏ. And now you are struggling with an empty nest. ਹੁਣ ਤੁਹਾਡੀ ਜਿਹੜੀ ਸਟਰਗਲ ਆ ਉਹ ਕੀ ਆ? ਤੁਹਾਨੂੰ ਆਪਣਾ ਘਰ ਖਾਲੀ ਖਾਲੀ ਨਜ਼ਰ ਆ ਰਿਹਾ ਔਰ ਜਿਹਨਾਂ ਬੱਚਿਆਂ ਨੂੰ ਬੜੇ ਪ੍ਰੇਮ ਦੇ ਨਾਲ ਪਾਲਿਆ ਪੜਾਇਆ ਔਰ ਜਦੋਂ ਜਵਾਨ ਹੋਏ ਉਹਨਾਂ ਦੇ ਘਰ ਛੱਡ ਕੇ ਔਰ ਉਹ ਦੂਸਰੇ ਘਰਾਂ 'ਚ ਜਾ ਕੇ ਵਸ ਗਏ ਔਰ ਤੁਸੀਂ ਉਸ ਚੀਜ਼ ਦੇ ਲਈ ਮਹਿਸੂਸ ਕਰਦੇ ਹੋ. ਔਰ ਮੇਬੀ ਯੂ ਲੋਸਟ ਯੂਰ ਜੌਬ. ਹੋ ਸਕਦਾ ਤੁਸੀਂ ਆਪਣਾ ਜੌਬ ਜਿਹੜਾ ਖੋ ਚੁੱਕੇ ਹੋ and are having difficulty making end meets. Maybe a loved one died. तो हो सकता है ਤੁਹਾਡਾ ਕੰਮ ਚਲਾ ਗਿਆ, ਤੁਹਾਡਾ ਕੋਈ ਸਕਾ ਸੰਬੰਧੀ ਜਿਹੜਾ ਆ ਉਹ ਮਰ ਗਿਆ ਔਰ ਤੁਸੀਂ ਆਪਣੇ ਆਪ ਨੂੰ ਲੋਨਲੀ ਫੀਲ ਕਰਦੇ ਹੋ. ਔਰ or maybe last year sin got a real hold on your life. ਹੋ ਸਕਦਾ ਕਿ ਪਿਛਲੇ ਸਾਲ ਕੋਈ ਐਸਾ ਗੁਨਾਹ ਤੁਹਾਡੀ ਜ਼ਿੰਦਗੀ ਦੇ ਵਿੱਚ ਸੀ ਜਿਸ ਨੇ ਤੁਹਾਨੂੰ ਜਕੜ ਕੇ ਰੱਖਿਆ. And now you feel the burden and guilt of that sin. ਹੋ ਸਕਦਾ ਤੁਸੀਂ ਉਸ ਬਰਡਨ ਨੂੰ ਯਾਦ ਕਰਦੇ ਜਾਂ ਉਸ ਗੁਨਾਹ ਨੂੰ ਯਾਦ ਕਰਕੇ ਤੌਬਾ ਕਰਦੇ ਹੋ. Past events and the experience can cripple us and hold us hostage to our past. ਕਹਿੰਦਾ ਜਦੋਂ ਅਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਦੇ ਆ, ਚੰਗੀਆਂ ਹੋਣ ਜਾਂ ਮਾੜੀਆਂ ਹੋਣ, ਉਹ ਸਾਨੂੰ ਜਿਹੜਾ ਆ ਉਹ ਸਾਡੀ ਜ਼ਿੰਦਗੀ ਲਈ ਠੀਕ ਨਹੀਂ. ਔਰ Paul could have been burdened by guilt over his past action. ਹੋ ਸਕਦਾ ਪੌਲੁਸ ਰਸੂਲ ਦੇ ਜੋ ਕੁਝ ਵੀ ਪਾਸਟ ਕੀਤਾ ਔਰ ਉਸ ਤੋਂ ਪਛਤਾਉਂਦਾ ਵੀ ਅਗਰ ਉਹ ਯਾਦ ਕਰਦਾ ਹੈ ਔਰ ਉਹ ਕਹਿੰਦਾ ਹੈ ਕਿ ਉਸਨੇ ਚਰਚ ਦੇ ਲੋਕਾਂ ਨੂੰ ਸਤਾਇਆ, ਉਹਨਾਂ ਨੂੰ ਪਰਸੀਕਿਊਟ ਕੀਤਾ. He had persecuted the church. He had used his authority to kill Christian by his own for his own admiration, and he said, I am the chief of sinner. तो ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਉਸਨੇ ਉਸ ਸਮੇਂ ਦੀ ਬੁਝਾਰਤ ਨੂੰ ਖੁਸ਼ ਕਰਨ ਲਈ ਔਰ ਮਸੀਹੀ ਲੋਕਾਂ ਨੂੰ ਮਾਰਿਆ ਵੀ, ਤੰਗ ਵੀ ਕੀਤਾ. ਪਰ ਹੁਣ ਜਦੋਂ ਰੀਅਲਾਈਜ਼ ਕਰਦਾ ਹੈ ਔਰ ਪੌਲੁਸ ਰਸੂਲ ਕਹਿੰਦਾ ਹੈ ਕਿ ਸਭ ਤੋਂ ਵੱਡਾ ਪਾਪੀ ਮੈਂ, ਆਈ ਐਮ ਦ ਚੀਫ ਸਿਨਰ, ਤਾਂ ਉਸਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੈ. ਚੀਫ ਸਿਨਰ. He could have been crippled by this tremendous burden of guilt. ਔਰ ਇਸ ਵੱਡੇ ਗੁਨਾਹ ਦੇ ਕਾਰਨ ਉਹ ਅਪਾਹਜ ਵੀ ਹੋ ਸਕਦਾ. Or never becoming the great apostle whose words and life teach us still. ਅਸੀਂ ਕਹਿੰਦੇ ਕਿ ਉਹ ਗ੍ਰੇਟ ਅਪੋਸਟਲ ਜਿਹੜਾ ਸਾਨੂੰ ਅੱਜ ਵੀ ਦੱਸਦਾ ਹੈ. But Paul said, forgetting which is behind, in other words, God, I commit it to you. ਉਹ ਕਹਿੰਦਾ ਕਿ ਜੋ ਕੁਝ ਵੀ ਮੈਂ ਗੁਨਾਹ ਕੀਤਾ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ 'ਚ ਸੌਂਪਦਾ ਹਾਂ. And right now I'm going to live today the best I can. Okay, ਪੌਲੁਸ ਰਸੂਲ ਇਹ ਵਾਅਦਾ ਕਰਦਾ ਹੈ ਕਿ ਮੇਰੀ ਪਿਛਲੀ ਜ਼ਿੰਦਗੀ ਕਿੱਦਾਂ ਦੀ ਵੀ ਸੀ ਪਰ ਅੱਜ ਤੋਂ ਮੈਂ ਤੇਰੇ ਨਾਲ ਬੈਸਟ ਜ਼ਿੰਦਗੀ ਗੁਜ਼ਾਰਾਂਗਾ. In this new year, this year 2020, this is an important prayer for us as well as. ਹੁਣ ਜੋ ਬਾਕੀ
ਦਾ ਸਾਲ